हाँ जी स्टूडेंट्स, वाहिगुरु जी का खालसा वाहिगुरु जी की फतेह। हाँ जी बेटा, टुडे वी विल डिस्कस आवर न्यू चैप्टर नंबर 4, सेंट रविदास। ओके बेटा, लेट्स स्टार्ट विद आवर चैप्टर। सेंट रविदास, India has been a home for saints and sages. Whenever the moral or social life of people shows signs of decay, some saint or prophet appears on the scene. ਬੇਟਾ ਤੁਹਾਨੂੰ ਪਤਾ ਜਿਹੜੇ ਸੰਤ ਰਵਿਦਾਸ ਹੈਗੇ ਆ, ਇਹ ਬਹੁਤ ਮਹਾਨ ਭਗਤ ਰਹੇ ਆ ਅਤੇ ਇਹਨਾਂ ਦੀ ਜਿਹੜੀ ਗੁਰਬਾਣੀ ਹੈਗੀ ਆ ਇਹ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਆ। ਅਤੇ ਹੁਣ ਇਸੇ ਲੈਸਨ ਦੇ ਵਿੱਚ ਆਪਾਂ ਸੰਤ ਰਵਿਦਾਸ ਜੀ ਦੇ ਬਾਰੇ ਆਪਾਂ ਪੜ੍ਹਾਂਗੇ। ਔਰ ਕੀ ਕਹਿੰਦੇ ਆ ਕਿ ਇੰਡੀਆ ਜਿਹੜਾ ਆਪਣਾ ਹੈਗਾ ਇਹ ਇੱਕ ਕਹਿ ਲਓ ਕਿ ਘਰ ਹੈਗਾ ਕਿਹਨਾਂ ਦਾ, ਸੰਤ ਮਹਾਂਪੁਰਖਾਂ ਦਾ। ਸੇਂਟਸ ਐਂਡ ਸੇਜਸ ਬੇਟਾ ਇਹੀ ਹੁੰਦੇ ਆ, ਸੰਤ ਅਤੇ ਮਹਾਂਪੁਰਖ। ਕਹਿੰਦੇ ਕਿ ਜਦੋਂ ਮੋਰਲ ਔਰ ਸੋਸ਼ਲ ਲਾਈਫ, ਮੋਰਲ ਬੇਟਾ ਹੁੰਦਾ ਹੈ, ਮੋਰਲ ਕੀ ਹੁੰਦਾ ਹੈ, ਨੈਤਿਕਤਾ, ਔਰ ਸੋਸ਼ਲ ਹੁੰਦਾ ਸਮਾਜਿਕ। ਕਿ ਜਦੋਂ ਵੀ ਨੈਤਿਕਤਾ ਔਰ ਸਮਾਜਿਕ, ਮੋਰਲ ਔਰ ਸੋਸ਼ਲ ਲਾਈਫ ਦੇ ਵਿੱਚ ਮੀਨਸ ਜਦੋਂ ਕੋਈ ਡਿਕੇ ਮਤਲਬ ਗਿਰਾਵਟ ਆਈ ਆ, ਠੀਕ ਹੈ, ਘਾਟਾ ਪਿਆ ਹੈ, ਅਤੇ ਉਦੋਂ ਹੀ ਉਸ ਟਾਈਮ 'ਤੇ ਹੀ ਸੰਤ ਮਹਾਂਪੁਰਖਾਂ ਨੇ ਸੇਂਟ ਔਰ ਪ੍ਰੋਫਿਟ ਬੇਟਾ ਕਹਿ ਦਿੰਦੇ ਆਪਾਂ ਪੈਗੰਬਰ, ਠੀਕ ਹੈ, ਇਹ ਜਿਹੜੇ ਹੈਗੇ ਆ ਇਹਨਾਂ ਨੇ ਧਰਤੀ ਦੇ ਉੱਪਰ ਜਨਮ ਲਿਆ ਹੈ। ਰਵਿਦਾਸ ਵਾਸ ਵਨ ਸਚ ਸੇਂਟ ਹੂ ਇਨਫਿਊਜ਼ਡ ਨਿਊ ਲਾਈਫ ਐਂਡ ਵਿਟੈਲਿਟੀ ਇਨਟੂ ਦੀ ਹਿੰਦੂ ਸੋਸ਼ਲ ਆਰਡਰ। ਕਹਿੰਦੇ ਕਿ ਰਵਿਦਾਸ ਜੀ ਇੱਕ ਐਸੇ ਸੰਤ ਰਹੇ ਆ ਜਿਨ੍ਹਾਂ ਨੇ ਇਨਫਿਊਜ਼ਡ, ਬੇਟਾ ਇਨਫਿਊਜ਼ਡ ਹੁੰਦਾ ਭਰਨਾ, ਠੀਕ ਹੈ, ਕਿਸੇ ਚੀਜ਼ ਨੂੰ ਭਰਨਾ, ਕਿ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਅਤੇ ਇੱਕ ਵਿਟੈਲਿਟੀ ਬੇਟਾ ਹੁੰਦਾ ਜਾਨ, ਕਿ ਇੱਕ ਤਾਕਤ ਭਰੀ ਕਿਹਨਾਂ ਦੇ ਵਿੱਚ, ਹਿੰਦੂ ਸੋਸਾਇਟੀਜ਼ 'ਚ, ਠੀਕ ਹੈ। ਇਹ ਸੰਤ ਰਵਿਦਾਸ ਜੀ ਹਿੰਦੂ ਸੀ, ਪਰ ਇਹਨਾਂ ਨੇ ਇੱਕ ਹਿੰਦੂ ਧਰਮ ਦੇ ਵਿੱਚ ਇੱਕ ਨਵੀਂ ਜਾਨ ਭਰੀ ਇਹਨਾਂ ਨੇ। ਰਵਿਦਾਸ ਜੀ ਵਾਸ ਬੋਰਨ ਇਨ ਦੀ ਈਅਰ 1377 ਇਨ ਬਨਾਰਸ, ਦਾ ਹੋਲੀ ਸਿਟੀ ਆਫ ਦੀ ਹਿੰਦੂਜ਼। ਰਵਿਦਾਸ ਜੀ ਦਾ ਬਰਥ ਕਿੱਥੇ ਹੋਇਆ, ਬਨਾਰਸ ਦੇ ਵਿੱਚ, ਇਨ ਦਾ ਈਅਰ 1377। ਹੀ ਵਾਸ ਦੀ ਸਨ ਆਫ ਏ ਕੋਬਲਰ ਕੀ ਹੁੰਦਾ ਬੇਟਾ, ਮੋਚੀ। ਇਹ ਕਿਹਦੇ ਬੱਚੇ ਸੀ, ਮਤਲਬ ਕਿਹਦੇ ਬੇਟੇ ਸੀ, ਕੋਬਲਰ ਦੇ। ਹਿਜ਼ ਪੇਰੈਂਟਸ ਵਾਂਟਡ ਹਿਮ ਟੂ ਬੀ ਐਜੂਕੇਟਡ, ਮਤਲਬ ਉਹਨਾਂ ਦੇ ਪੇਰੈਂਟਸ ਚਾਹੁੰਦੇ ਸੀ ਕਿ ਸਾਡਾ ਜਿਹੜਾ ਬੱਚਾ ਹੈਗਾ, ਕਿ ਐਵਰੀ ਪੇਰੈਂਟਸ ਨੂੰ ਇਹੀ ਹੁੰਦਾ ਕਿ ਸਾਡਾ ਬੱਚਾ ਜਿਹੜਾ ਹੈਗਾ ਪੜ੍ਹ ਲਿਖ ਜਾਵੇ, ਅਤੇ ਸੇਮ ਉਹਨਾਂ ਦੇ ਪੇਰੈਂਟਸ ਵੀ ਇਹ ਚਾਹੁੰਦੇ ਸੀ ਕਿ ਸਾਡੇ ਬੇਟੇ ਮਤਲਬ ਜਿਹੜੇ ਹੈਗੇ ਐਜੂਕੇਟਡ ਹੋ ਜਾਣ, ਪੜ੍ਹ ਲਿਖ ਜਾਣ। ਦੇ ਸੈਂਟ ਹਿਮ ਟੂ ਸਕੂਲ, ਅਤੇ ਉਹਨਾਂ ਨੂੰ ਕੀ ਕੀਤਾ ਗਿਆ, ਸਕੂਲ ਭੇਜਿਆ ਗਿਆ। ਅਨਲਕੀਲੀ ਹੀ ਵਾਸ ਅਨਹੈਪੀ ਐਟ ਸਕੂਲ ਐਂਡ ਵੈਰੀ ਸੂਨ ਹੀ ਵਾਸ ਆਊਟ ਆਫ ਇਟ। ਬਟ ਕੀ ਹੋਇਆ ਕਿ ਉਹ ਸਕੂਲ ਜਾ ਕੇ ਮਤਲਬ ਖੁਸ਼ ਨਹੀਂ ਸੀ, ਅਤੇ ਇਸ ਕਰਕੇ ਮਤਲਬ ਬਹੁਤ ਹੀ ਜਲਦੀ ਜਿਹੜਾ ਹੁੰਦਾ ਸਕੂਲ ਛੁੱਟ ਗਿਆ। ਆਊਟ ਆਫ ਇਟ ਮੀਨਸ ਕਿ ਛੱਡਤਾ ਕਹਿ ਲਓ। ਦਾ ਸਕੂਲ ਲਾਈਫ ਮੇਡ ਹਿਮ ਅੰਡਰਸਟੈਂਡ ਦੀ ਇਲਸ ਆਫ ਦੀ ਸੁਸਾਇਟੀ, ਬਿਕੋਜ਼ ਕਿ ਉਹਨਾਂ ਨੂੰ ਸਕੂਲ ਦੀ ਜਿਹੜੀ ਲਾਈਫ ਸੀ, ਸਕੂਲ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਇਹ ਸਮਝ ਆਈ ਕਿ ਸੁਸਾਇਟੀ ਦੀ, ਸਮਾਜ ਦੀ ਬੁਰਾਈਆਂ, ਇਲਸ ਹੁੰਦੇ ਬੇਟਾ ਕੀ ਬੁਰਾਈਆਂ ਸੁਸਾਇਟੀ ਦੇ ਵਿੱਚ, ਉਹਨਾਂ ਨੇ ਕੀ ਸਿੱਖਿਆ, ਉਹਨਾਂ ਨੇ ਕੀ ਮਹਿਸੂਸ ਕੀਤਾ। ਰਵਿਦਾਸ ਰਿਅਲਾਈਜ਼ ਬੇਟਾ ਹੁੰਦਾ ਮਹਿਸੂਸ ਕਰਨਾ, ਦੈਟ ਏ ਚਾਈਲਡ ਬੋਰਨ ਇਨ ਦੀ ਲੋ ਕਾਸਟ ਵਾਸ ਨਾਟ ਟ੍ਰੀਟਡ ਵੈਲ ਇਨ ਦੀ ਸੁਸਾਇਟੀ। ਰਵਿਦਾਸ ਜੀ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਬੱਚਾ ਇੱਕ ਲੋਅਰ ਕਾਸਟ ਮੀਨਸ ਨੀਵੀਂ ਜਾਤ ਦੇ ਵਿੱਚ ਜਨਮ ਲੈਂਦਾ, ਉਹਨੂੰ ਟ੍ਰੀਟਡ ਮਤਲਬ ਹੁੰਦਾ ਬੇਟਾ ਕਿਸੇ ਦੇ ਨਾਲ ਵਿਹਾਰ ਕਰਨਾ, ਕਿ ਉਹਦੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ। ਇਨ ਸੱਚ ਐਨ ਅਨਫਰੈਂਡਲੀ ਐਟਮੋਸਫੀਅਰ, ਕਿ ਇਹੋ ਜਿਹੇ ਅਨਫਰੈਂਡਲੀ ਐਟਮੋਸਫੀਅਰ ਮੀਨਸ ਵਾਤਾਵਰਨ ਦੇ ਵਿੱਚ ਲਿਟਲ ਰਵਿਦਾਸ ਕੁਡ ਨਾਟ ਪੁੱਟ ਹਿਜ਼ ਹਾਰਟ ਇਨਟੂ ਸਟੱਡੀਜ਼, ਕਿ ਉਹ ਆਪਣਾ ਜਿਹੜਾ ਦਿਲ ਸੀ ਆਪਣੀ ਪੜ੍ਹਾਈ ਦੇ ਵਿੱਚ ਨਹੀਂ ਲਗਾ ਸਕੇ। ਔਫਨ ਹੀ ਵੁੱਡ ਸਿਟ, ਉਹ ਕੀ ਕਰਦੇ ਸੀ, ਜ਼ਿਆਦਾ ਕਰਕੇ ਬੈਠ ਕੇ, ਇਕੱਲੇ ਹੀ ਬੈਠ ਕੇ, ਅਤੇ ਬਹੁਤ ਸੋਚਦੇ ਸੀ ਉਹ, ਠੀਕ ਹੈ, ਥਿੰਕ ਡੀਪਲੀ, ਬਹੁਤ ਧਿਆਨ ਦੇ ਨਾਲ ਸੋਚਦੇ ਸੀ। ਇਟ ਵੁੱਡ ਦੈਨ ਅਪੀਅਰ ਐਜ਼ ਇਫ ਹੀ ਵਰ ਇਨ ਦੀਪ ਸਮਾਧੀ, ਅਤੇ ਇਵੇਂ ਲੱਗਦਾ ਸੀ ਕਿ ਉਹ ਇੱਕ ਬਹੁਤ ਸਮਾਧੀ ਦੇ ਵਿੱਚ ਮੀਨਸ ਕਿ ਭਗਤੀ ਦੇ ਵਿੱਚ ਲੀਨ ਹੋਏ ਆ। ਰਵਿਦਾਸ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ, ਰਵਿਦਾਸ ਜੀ ਨੂੰ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਮਟੀਰੀਅਲ ਥਿੰਗਸ। ਮਟੀਰੀਅਲ ਦਾ ਮੀਨਿੰਗ ਕੀ ਹੁੰਦਾ ਬੇਟਾ, ਦੁਨਿਆਵੀ ਚੀਜ਼ਾਂ ਦੇ ਵਿੱਚ। He was only interested in matters related to the spirit,
ਉਹਨਾਂ ਨੂੰ ਕਿਹਦੇ ਵਿੱਚ ਇੰਟਰਸਟ ਸੀ? ਮੈਟਰਸ ਹੁੰਦੇ ਮਸਲੇ, ਕਿਹੜੇ ਮਸਲਿਆਂ ਦੇ ਵਿੱਚ? ਸਪਿਰਿਟ ਮਤਲਬ ਹੁੰਦਾ ਆਤਮਾ, ਮੀਨਸ ਆਪਣੀ ਆਤਮਾ ਦੇ ਵਿੱਚ ਹੀ ਲੀਨ ਰਹਿਣਾ ਉਹਨਾਂ ਨੂੰ ਪਸੰਦ ਸੀ। ਹੀ ਵਾਂਟਡ ਟੂ ਗੇਨ ਸਪਿਰਿਚੁਅਲ ਨੌਲੇਜ, ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਆਤਮਿਕ ਨੌਲੇਜ ਮਿਲੇ। ਹੀ ਵਾਜ਼ ਇਨ ਸਰਚ ਆਫ ਸਮ ਸਪਿਰਿਚੁਅਲ ਟੀਚਰ ਹੂ ਕੁਡ ਸ਼ੋ ਹਿਮ ਦੀ ਰਾਈਟ ਪਾਥ, ਉਹ ਇੱਕ ਐਸੇ ਟੀਚਰ ਦੀ ਖੋਜ ਦੇ ਵਿੱਚ ਸੀ ਕਿ ਜਿਹੜੀ ਉਹਨਾਂ ਨੂੰ ਇੱਕ ਸਹੀ ਰਸਤਾ ਦੱਸ ਸਕੇ। ਸੂਨ ਹੀ ਬਿਕਮ ਏ ਡਿਸੀਪਲ ਆਫ ਸਵਾਮੀ ਰਾਮਾਨੰਦ, ਅਤੇ ਜਲਦੀ ਹੀ ਉਹ ਕਿਹਦੇ ਚੇਲੇ ਬਣੇ? ਸਵਾਮੀ ਰਾਮਾਨੰਦ ਦੇ। ਡਿਸੀਪਲ ਮਤਲਬ ਹੁੰਦਾ ਬੇਟਾ ਚੇਲਾ, ਸੇਵਕ, ਉਹ ਸਵਾਮੀ ਰਾਮਾਨੰਦ ਦੇ ਚੇਲੇ ਬਣੇ। ਰਵਿਦਾਸ ਸਟੇਡ ਵਿਦ ਦੀ ਸਵਾਮੀ ਫॉर ਸਮ ਟਾਈਮ, ਅਤੇ ਰਵਿਦਾਸ ਜੀ ਸਵਾਮੀ ਜੀ ਦੇ ਨਾਲ ਰਹੇ ਥੋੜ੍ਹੇ ਸਮੇਂ ਵਾਸਤੇ। ਦੇਅਰ ਵਾਜ਼ ਏ ਕੰਪਲੀਟ ਚੇਂਜ ਇਨ ਹਿਜ਼ ਲਾਈਫ, ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਵ ਆਏ। ਸਵਾਮੀ ਰਾਮਾਨੰਦਸ ਲੈਕਚਰਸ ਲੈਫਟ ਏ ਗ੍ਰੇਟ ਇੰਪ੍ਰੈਸ਼ਨ ਔਨ ਹਿਜ਼ ਯੰਗ ਮਾਈਂਡ, ਅਤੇ ਜਿਹੜੇ ਸਵਾਮੀ ਰਾਮਾਨੰਦ ਜੀ ਦੇ ਲੈਕਚਰ ਸੀ, ਮੀਨਸ ਕਹਿ ਲਓ ਪ੍ਰਵਚਨ ਸੀ, ਉਪਦੇਸ਼ ਸੀ, ਉਹਨਾਂ ਦੇ ਉਪਦੇਸ਼ਾਂ ਨੇ ਇਹਨਾਂ ਦੇ ਯੰਗ ਮਾਈਂਡ, ਮੀਨਸ ਕਿ ਹਜੇ ਉਹ ਯੰਗ ਸੀ, ਅਤੇ ਉਹਨਾਂ 'ਤੇ ਬਹੁਤ ਪ੍ਰਭਾਵ ਪਾਇਆ। ਉਹਨਾਂ ਦੇ ਮਤਲਬ ਜੋ ਵੀ ਉਹ ਕਹਿੰਦੇ ਸੀ, ਟੀਚਿੰਗ ਸੀ, ਜੋ ਉਹਨਾਂ ਦੇ ਉਪਦੇਸ਼ ਸੀ, ਬਹੁਤ ਇੰਪ੍ਰੈਸ਼ਨ ਪਿਆ, ਬਹੁਤ ਪ੍ਰਭਾਵ ਪਿਆ ਕਿਹਨਾਂ ਦੇ ਉੱਪਰ? ਰਵਿਦਾਸ ਜੀ ਦੇ ਉੱਪਰ। ਥਰੂ ਦੀਸ ਸਰਮਨਸ ਹੀ ਕੇਮ ਟੂ ਅੰਡਰਸਟੈਂਡ ਦੀ ਟਰੂ ਮੀਨਿੰਗ ਆਫ ਲਾਈਫ, ਅਤੇ ਉਹਨਾਂ ਦੇ ਸਰਮਨਸ ਬੇਟਾ ਅਗੇਨ ਉਹੀ ਕਿ ਉਪਦੇਸ਼, ਪ੍ਰਵਚਨ, ਜੋ ਵੀ ਮਤਲਬ ਉਹਨਾਂ ਨੇ ਉਪਦੇਸ਼ ਕੀਤੇ, ਇਹਨਾਂ ਤੋਂ ਰਵਿਦਾਸ ਜੀ ਨੂੰ ਇੱਕ ਜ਼ਿੰਦਗੀ ਦਾ ਸੱਚਾਈ ਜੋ ਹੈਗੀ ਆ ਉਹਦਾ ਪਤਾ ਚੱਲਿਆ। ਹੀ ਕੇਮ ਟੂ ਨੋ ਆਫ ਦੀ ਏਂਸ਼ੀਅੰਟ ਇੰਡੀਅਨ ਵਿਜ਼ਡਮ ਐਂਡ ਕਲਚਰ, ਰਵਿਦਾਸ ਜੀ ਨੂੰ ਪਤਾ ਲੱਗਿਆ ਕਿ ਪੁਰਾਤਨ ਜਿਹੜਾ ਆਪਣਾ ਇੰਡੀਆ ਸੀ ਉਹ 'ਚ ਵਿਜ਼ਡਮ ਮਤਲਬ ਬੇਟਾ ਹੁੰਦਾ ਸੂਝ-ਬੂਝ, ਮਤਲਬ ਸਿਆਣਪਤਾ ਦੇ ਬਾਰੇ ਪਤਾ ਚੱਲਿਆ, ਕਲਚਰ ਸੱਭਿਆਚਾਰ ਦੇ ਬਾਰੇ ਪਤਾ ਚੱਲਿਆ। ਨਾ ਹੁਣ ਕੀ ਹੋਇਆ? The field was ready, the seed was sown, and the crop did not take long to ripen. ਹੁਣ ਕੀ ਹੋਇਆ ਬੇਟਾ? ਫੀਲਡ ਬੇਟਾ ਕੀ ਹੁੰਦੀ ਹੈ? ਖੇਤੀ। ਹੁਣ ਜਿਵੇਂ ਕਿਸਾਨ ਫਾਰਮਰ ਕੀ ਕਰਦਾ ਹੈ, ਜਦੋਂ ਉਹਨੇ ਕੋਈ ਵੀ ਆਪਣੀ ਫਸਲ ਬੀਜਣੀ ਹੈ ਅਤੇ ਉਹ ਕੀ ਕਰਦਾ, ਪ੍ਰੋਪਰ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਆਪਣੀ ਫੀਲਡ ਨੂੰ, ਪੈਲੀ ਨੂੰ ਤਿਆਰ ਕਰਦਾ ਹੈ ਕਿ ਜੋ ਵੀ ਉਹਦੇ ਵਿੱਚ ਵੇਸਟੇਜ ਜੋ ਵੀ ਹੈਗਾ ਸਭ ਨਿਕਾਲ ਕੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਉਹ ਆਪਣੀ ਫੀਲਡ ਬਣਾਉਂਦਾ ਹੈ, ਸੋ ਦੈਟ ਕਿ ਜਿਹੜਾ ਕ੍ਰੌਪ ਉਹਦੀ ਫਸਲ ਹੈਗੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਹੋਵੇ। ਅਤੇ ਸੇਮ ਇਹ ਕਹਿੰਦੇ ਆ ਕਿ ਮਤਲਬ ਹੁਣ ਇੱਕ ਮਤਲਬ ਪੈਲੀ ਜਿਹੜੀ ਸੀ, ਇੱਕ ਫੀਲਡ ਸੀ, ਉਹ ਰੈਡੀ ਹੋ ਚੁੱਕੀ ਸੀ, ਬੀਜ ਬੋ ਦਿੱਤਾ ਗਿਆ। ਸੀਡ ਹੁੰਦਾ ਹੈ ਬੀਜ, ਸੋਨ ਮਤਲਬ ਹੁੰਦਾ ਬੀਜਣਾ, ਬੀਜ ਦਿੱਤਾ ਗਿਆ। ਅਤੇ ਕਹਿੰਦੇ ਕਿ ਹੁਣ ਕ੍ਰੌਪ ਫਸਲ ਪੱਕਣ ਨੂੰ, ਰਾਈਪਨ ਬੇਟਾ ਹੁੰਦਾ ਹੈ ਕਿ ਪੱਕਣਾ, ਅਤੇ ਮਤਲਬ ਫਸਲ ਪੱਕਣ ਨੂੰ ਟਾਈਮ ਨਹੀਂ ਲੱਗੇਗਾ। ਵੈਨ ਦਾ ਗੁਰੂ ਵਾਜ਼ ਸੈਟਿਸਫਾਈਡ that the spiritual flame had been kindled permanently, he asked Ravidas to return home and live the way he wanted to live. ਹੁਣ ਜਦੋਂ ਗੁਰੂ ਇੱਥੇ ਕੌਣ ਹੈ ਬੇਟਾ? ਸਵਾਮੀ ਰਾਮਾਨੰਦ। ਹੁਣ ਸਵਾਮੀ ਰਾਮਾਨੰਦ ਜਦੋਂ ਸੈਟਿਸਫਾਈਡ, ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਕਿ ਇੱਕ ਸਪਿਰਿਚੁਅਲ ਕੀ ਆਤਮਿਕ ਫਲੇਮ ਹੁੰਦਾ ਲਾਟ, ਕਿ ਇੱਕ ਆਤਮਿਕ ਦੀ ਲਾਟ ਜਿਹੜੀ ਹੈਗੀ ਆ ਉਹਨਾਂ ਦੀ ਮਤਲਬ ਰਵਿਦਾਸ ਜੀ ਦੇ ਅੰਦਰ ਹੁਣ ਪਰਮਾਨੈਂਟਲੀ ਮਤਲਬ ਕਿ ਪੱਕੇ ਤੌਰ 'ਤੇ ਕਿੰਡਲ ਮਤਲਬ ਹੁੰਦਾ ਬੇਟਾ ਬਲਦੀ, ਜਿੱਦਾਂ ਅੱਗ ਬਲਦੀ ਕਹਿੰਦੇ ਆ ਨਾ, ਇੱਦਾਂ ਹੀ ਕਿ ਆਤਮਿਕ ਜਿਹੜੀ ਇੱਕ ਲਾਟ ਹੈਗੀ ਆ ਉਹਨਾਂ ਦੇ ਅੰਦਰ ਹੁਣ ਪਰਮਾਨੈਂਟਲੀ ਪੱਕੇ ਤੌਰ 'ਤੇ ਬਲ ਚੁੱਕੀ ਆ। ਕਿਹਨਾਂ ਦੇ ਅੰਦਰ? ਰਵਿਦਾਸ ਜੀ ਦੇ ਅੰਦਰ। ਅਤੇ ਉਹਨਾਂ ਨੇ ਰਵਿਦਾਸ ਜੀ ਨੂੰ ਕੀ ਕਿਹਾ ਕਿ ਹੁਣ ਤੁਸੀਂ ਆਪਣੇ ਘਰ ਜਾ ਕੇ ਜਿੱਦਾਂ ਦੀ ਜ਼ਿੰਦਗੀ ਤੁਸੀਂ ਜੀਣਾ ਚਾਹੁੰਦੇ ਜੀ, ਹੁਣ ਤੁਸੀਂ ਜੀ ਸਕਦੇ ਜੀ। The enlightened disciple now felt that he had a divine mission to live for. ਹੁਣ enlightened ਹੁੰਦਾ ਕਿ ਜਗਿਆ ਹੋਇਆ, ਠੀਕ ਹੈ। ਹੁਣ ਰਵਿਦਾਸ ਜੀ ਨੂੰ ਇਹ ਲੱਗਾ ਕਿ ਹੁਣ ਮਤਲਬ ਮੇਰੇ ਅੰਦਰ ਜਿਹੜੀ ਇੱਕ ਰੂਹਾਨੀ ਮਤਲਬ ਮੇਰਾ ਜਿਹੜਾ ਮਕਸਦ ਸੀ ਜ਼ਿੰਦਗੀ ਦਾ, ਉਹ ਮਤਲਬ ਹੁਣ ਮੇਰਾ ਪੂਰਾ ਹੋ ਚੁੱਕਿਆ ਹੈਗਾ। He chose Banaras to be the place of his future activities. ਉਹਨਾਂ ਨੇ ਕੀ ਕੀਤਾ? ਬਨਾਰਸ ਨੂੰ ਮਤਲਬ ਬਨਾਰਸ ਜਗ੍ਹਾ ਜਿਹੜੀ ਉਹਨਾਂ ਨੇ ਮਤਲਬ ਸਿਲੈਕਟ ਕੀਤੀ, ਚੂਜ਼ ਕੀਤੀ ਕਿ ਮੈਂ ਹੁਣ ਆਪਣੇ ਫਿਊਚਰ ਮਤਲਬ ਜੋ ਵੀ ਉਹਨਾਂ ਨੇ ਕੰਮ ਕਰਨੇ ਹੈਗੇ ਆ ਮੈਂ ਹੁਣ ਉੱਥੇ ਕਰੂੰਗਾ। ਰਵਿਦਾਸ ਫੈਲਟ ਦੈਟ ਹਿਜ਼ ਟ੍ਰੇਨਿੰਗ ਇਨ ਸਪਿਰਿਚੁਅਲ ਲਾਈਫ ਵਾਜ਼ ਨਾਟ ਯੈਟ ਕੰਪਲੀਟ, ਬਟ ਉਹਨਾਂ ਨੂੰ ਇਹ ਲੱਗਾ ਕਿ ਜਿਹੜੀ ਉਹਨਾਂ ਦੀ ਇੱਕ ਆਤਮਿਕ ਜਿਹੜੀ ਜ਼ਿੰਦਗੀ ਸੀ,
ਠੀਕ ਹੈ। ਆਤਮਿਕ ਤੌਰ 'ਤੇ ਜਿਹੜੀ ਜ਼ਿੰਦਗੀ ਸੀ ਉਹ ਹਜੇ ਉਹਨਾਂ ਨੂੰ ਲੱਗਿਆ ਕਿ ਮੇਰੀ ਕੰਪਲੀਟ ਨਹੀਂ ਹੋਈ ਹੈਗੀ ਆ। ਹੀ ਹੈਡ ਏ ਡਿਜ਼ਾਇਰ ਟੂ ਹੈਵ ਮੋਰ ਐਂਡ ਮੋਰ ਆਫ ਸਪਿਰਿਚੁਅਲ ਨੌਲੇਜ। ਉਹਨਾਂ ਦੀ ਡਿਜ਼ਾਇਰ ਹੁੰਦਾ ਬੇਟਾ ਇੱਛਾ, ਉਹਨਾਂ ਦੀ ਹਜੇ ਵੀ ਇੱਛਾ ਸੀ ਕਿ ਉਹ ਆਤਮਿਕ ਗਿਆਨ ਨੂੰ ਹੋਰ ਪ੍ਰਾਪਤ ਕਰਨ, ਉਹਨਾਂ ਨੂੰ ਹੋਰ ਮਿਲੇ ਆਤਮਿਕ ਗਿਆਨ। ਫੋਰ ਦਿਸ ਹੀ ਡਿਸਾਈਡਡ ਟੂ ਬਿਊਟੀਫਾਈ ਐਨ ਏਰੀਆ ਆਫ ਦੀ ਫੋਰੈਸਟ ਵੇਅਰ ਹੀ ਕੁਡ ਮੈਡੀਟੇਟ ਇਨ ਪੀਸ। ਅਤੇ ਇਹਦੇ ਵਾਸਤੇ ਉਹਨਾਂ ਨੇ ਇੱਕ ਜੰਗਲ ਦਾ ਏਰੀਆ, ਮਤਲਬ ਬਹੁਤ ਸੁੰਦਰ ਜੰਗਲ ਦਾ ਏਰੀਆ ਉਹਨਾਂ ਨੇ ਮਤਲਬ ਡਿਸਾਈਡ ਕੀਤਾ ਕਿ ਮੈਂ ਉੱਥੇ ਜਾਊਂਗਾ ਔਰ ਉੱਥੇ ਜਾ ਕੇ ਮੈਂ ਮੈਡੀਟੇਟ ਹੁੰਦਾ ਬੰਦਗੀ, ਪੀਸ ਸ਼ਾਂਤੀ ਨਾਲ ਬੰਦਗੀ ਕਰੂੰਗਾ। ਵਨ ਡੇ ਵਾਈਲ ਮੈਡੀਟੇਟਿੰਗ ਹੀ ਫੈਲਟ ਡਿਸਟਰਬ ਬਾਏ ਸਡਨ ਮੂਵਮੈਂਟ ਇਨ ਦੀ ਬੁਸ਼ਿਸ। ਇੱਕ ਵਾਰ ਕੀ ਹੋਇਆ ਕਿ ਜਦੋਂ ਉਹ ਮੈਡੀਟੇਟਿੰਗ ਮੀਨਸ ਆਪਣੀ ਬੰਦਗੀ ਕਰ ਰਹੇ ਸੀ, ਉਹਨਾਂ ਨੂੰ ਡਿਸਟਰਬ ਹੋਇਆ ਸਡਨ ਮੂਵਮੈਂਟ। ਸਡਨ ਹੁੰਦਾ ਬੇਟਾ ਅਚਾਨਕ ਤੋਂ ਹਿਲਜੁਲ ਹੋਣ ਲੱਗ ਪਈ ਬੁਸ਼ਿਸ ਹੁੰਦੀਆਂ ਬੇਟਾ ਝਾੜੀਆਂ ਦੇ। ਜੰਗਲ ਦੇ ਵਿੱਚ ਮੈਡੀਟੇਟ ਕਰ ਰਹੇ ਸੀ ਨਾ, ਅਤੇ ਜੰਗਲ ਦੇ ਵਿੱਚ ਅਫਕੋਰਸ ਝਾੜੀਆਂ ਤਾਂ ਹੋਣਗੀਆਂ। ਝਾੜੀਆਂ ਦੇ ਵਿੱਚ ਅਚਾਨਕ ਮਤਲਬ ਜਿਹੜੀ ਹੈਗੀ ਆ ਇੱਕ ਮੂਵਮੈਂਟ ਹੋਣ ਲੱਗ ਪਈ, ਹਿਲਜੁਲ ਹੋਣ ਲੱਗ ਪਈ। ਰਵਿਦਾਸ ਗੋਟ ਅਪ ਐਂਡ ਲੁਕਡ ਅਰਾਊਂਡ। ਰਵਿਦਾਸ ਜੀ ਨੇ ਦੇਖਿਆ ਆਸੇ ਪਾਸੇ। ਇਹ ਸ਼ੀ ਡੀਅਰ ਹੈਡ ਬੀਨ ਕੌਟ ਇਨ ਏ ਨੈਟ ਲੇਡ ਬਾਏ ਹੰਟਰ। ਸ਼ੀ ਡੀਅਰ ਹੁੰਦਾ ਬੇਟਾ ਹਿਰਨੀ। ਕਿ ਉਹਨਾਂ ਨੇ ਦੇਖਿਆ ਕਿ ਇੱਕ ਹਿਰਨੀ ਜਿਹੜੀ ਹੈਗੀ ਆ ਨੈੱਟ ਦੇ ਵਿੱਚ ਫਸੀ ਹੋਈ ਆ। ਲੇਡ ਮਤਲਬ ਕਿ ਵਿਛਾਇਆ, ਕਿੰਨੇ ਵਿਛਾਇਆ ਸੀ? ਸ਼ਿਕਾਰੀ ਨੇ। ਦ ਪੂਅਰ ਐਨੀਮਲ ਵਾਜ਼ ਸਟਰਗਲਿੰਗ ਟੂ ਗੈਟ ਫਰੀ। ਅਤੇ ਉਹ ਵਿਚਾਰੀ ਮਤਲਬ ਜਿਹੜੀ ਹੈਗੀ ਆ ਆਪਣੇ ਆਪ ਨੂੰ ਮਤਲਬ ਫਰੀ ਆਜ਼ਾਦ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਐਜ਼ ਦਾ ਹੰਟਰ ਅਪਰੋਚਡ ਹਰ, ਕਿ ਜਿਵੇਂ ਜਿਹੜਾ ਸ਼ਿਕਾਰੀ ਸੀ ਉਹਦੇ ਨੇੜੇ ਆ ਰਿਹਾ। ਅਪਰੋਚ ਹੁੰਦਾ ਬੇਟਾ ਕਿਸੇ ਚੀਜ਼ ਦੇ ਨੇੜੇ ਆਉਣਾ, ਠੀਕ ਹੈ। ਮੂਵਿੰਗ ਕਲੋਜ਼ਰ ਮੀਨਸ ਲਾਗੇ ਆਉਣਾ। ਸ਼ੀ ਲੁਕਡ ਐਟ ਹਿਮ ਵਿਦ ਪਲੀਡਿੰਗ ਆਈਜ਼। ਅਤੇ ਉਹਨੇ ਮਤਲਬ ਜਿਵੇਂ ਜਿਹੜਾ ਸ਼ਿਕਾਰੀ ਸੀ ਨੇੜੇ ਆ ਰਿਹਾ ਸੀ, ਉਹ ਜਿਹੜੀ ਹਿਰਨੀ ਸੀ ਉਹ ਉਹਦੇ ਵੱਲ ਪਲੀਡਿੰਗ ਹੁੰਦਾ ਬੇਟਾ ਬਹੁਤ ਤਰਸ ਭਰੀ, ਮੀਨਸ ਬੜੀ ਜਿੱਦਾਂ ਕਹਿ ਲਓ ਕਿ ਰੋ ਕੇ ਕਿ ਮੇਰੇ 'ਤੇ ਮਤਲਬ ਦਇਆ ਕਰੋ, ਮੈਨੂੰ ਛੱਡ ਦਿਓ। ਇੱਦਾਂ ਉਹਦੀਆਂ ਅੱਖਾਂ ਜਿਹੜੀਆਂ ਪਾਣੀ ਦੇ ਨਾਲ, ਤਰਸ ਦੇ ਨਾਲ ਭਰੀਆਂ ਹੋਈਆਂ ਸੀ। ਇਟ ਵਾਜ਼ ਐਸ ਇਫ ਸ਼ੀ ਵਾਜ਼ ਬੈਗਿੰਗ ਫੋਰ ਮਰਸੀ। ਮਤਲਬ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਉਹ ਬੈਗਿੰਗ ਹੁੰਦਾ ਬੇਟਾ ਭੀਖ ਮੰਗਣਾ, ਕਿ ਭੀਖ ਮੰਗ ਰਹੀ ਕਿਹਦੀ? ਮਰਸੀ, ਦਇਆ ਦੀ ਭੀਖ ਮੰਗ ਰਹੀ ਆ। ਇਟ ਵਾਜ਼ ਹਰ ਟਾਈਮ ਟੂ ਫੀਡ ਹਰ ਯੰਗ ਵਨਸ, ਬਿਕੋਜ਼ ਹੁਣ ਉਹਦਾ ਟਾਈਮ ਸੀ ਕਿ ਉਹ ਆਪਣੇ ਬੱਚਿਆਂ ਨੂੰ, ਉਹਦਾ ਮਤਲਬ ਟਾਈਮ ਹੋ ਰਿਹਾ ਸੀ ਉਹਨੇ ਆਪਣੇ ਬੱਚਿਆਂ ਨੂੰ ਖਾਣਾ ਖਿਲਾਉਣਾ ਸੀ। The 3 fawns came jumping to her joyfully, but they were shocked when they saw their mother in a miserable plight. 3 fawns ਹੁੰਦਾ ਬੇਟਾ ਹਿਰਨੀ ਦੇ ਬੱਚੇ। ਦੇਖਿਆ ਕਿ ਹਿਰਨੀ ਦੇ ਬੱਚੇ ਉਹਦੀ ਤਰਫ ਜੋਇਫੁਲੀ ਮਤਲਬ ਬਹੁਤ ਖੁਸ਼ ਹੋ ਕੇ, ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਬੱਚੇ ਨੂੰ ਭੁੱਖ ਲੱਗੀ, ਉਹ ਆਪਣੀ ਮਦਰ ਦੇ ਕੋਲ ਜਾਂਦਾ ਹੈ ਬੜਾ ਹੈਪੀ ਹੋ ਕੇ ਕਿ ਹਾਂ ਹੁਣ ਮੈਨੂੰ ਮੰਮਾ ਨੇ ਖਾਣਾ ਦੇਣਾ। ਅਤੇ ਸੇਮ ਕਿ ਉਹ ਬੱਚੇ ਬੜੇ ਖੁਸ਼ ਹੋ ਕੇ ਆਪਣੀ ਮਦਰ ਕੋਲ ਜਾ ਰਹੇ ਆ, ਬਟ ਉਹ ਸ਼ੌਕ ਹੋ ਜਾਂਦੇ ਆ ਬਿਕੋਜ਼ ਵੈਨ ਦੇ ਸੌ ਕਿ ਉਹਨਾਂ ਦੀ ਜਿਹੜੀ ਮਦਰ ਹੈਗੀ ਆ ਸ਼ੀ ਇਜ਼ ਇਨ ਮਿਸਰੇਬਲ ਪਲਾਈਟ ਮਤਲਬ ਮਿਸਰੇਬਲ ਹੁੰਦਾ ਕਿ ਬੜੀ ਤਰਸ, ਮਤਲਬ ਬੜੀ ਬੁਰੀ ਹਾਲਤ 'ਤੇ ਕਹਿ ਲਓ, ਤਰਸ ਵਾਲੀ ਹਾਲਤ ਦੇ ਵਿੱਚ। ਪਲਾਈਟ ਹੋਈ ਕਿ ਤਰਸਯੋਗ ਹਾਲਤ ਦੇ ਵਿੱਚ ਉਹਨਾਂ ਦੀ ਮਦਰ। ਦਾ ਮਦਰ ਐਂਡ ਹਰ ਯੰਗ ਵਨਸ ਵਰ ਅ ਪੇਨਫੁਲ ਪਿਕਚਰ ਆਫ ਮਿਜ਼ਰੀ ਐਂਡ ਹੈਲਪਨੈਸ। ਅਤੇ ਉਹਨਾਂ ਨੇ ਕੀ ਦੇਖਿਆ ਕਿ ਜਿਹੜੀ ਉਹਨਾਂ ਦੀ ਮਦਰ ਹੈ ਔਰ ਜਿਹੜੇ ਮਤਲਬ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦੇ ਯੰਗ ਵਨਸ ਨੇ ਕੀ ਦੇਖਿਆ, ਬੱਚਿਆਂ ਨੇ, ਕਿ ਉਹਨਾਂ ਦੀ ਜਿਹੜੀ ਮਦਰ ਜਿਹੜੀ ਹੈਗੀ ਆ ਮਤਲਬ ਉਹ ਜਿਹੜੀ ਪਿਕਚਰ ਸੀ ਨਾ ਬੇਟਾ, ਕਿ ਜਦੋਂ ਦੇਖਿਆ ਉਹਨਾਂ ਨੇ ਕਿ ਸਾਡੀ ਮਦਰ ਇੱਕ ਕਿੱਦਾਂ ਦੀ ਕੰਡੀਸ਼ਨ ਦੇ ਵਿੱਚ ਆ, ਕਿ ਉਹ ਇੱਕ ਪਿਕਚਰ ਜਿਹੜੀ ਹੈਗੀ ਸੀ ਬਹੁਤ ਹੀ ਜ਼ਿਆਦਾ ਹੈਲਪਲੈਸ, ਕਿ ਬੜੀ ਕਸ਼ਟ ਔਰ ਇੱਕ ਲਾਚਾਰੀ ਪਿਕਚਰਸ ਜਿਹੜੀ ਸੀ ਉਹ ਸਾਹਮਣੇ ਆ ਰਹੀ ਸੀ, ਠੀਕ ਹੈ। ਦੈਨ ਦੇਅਰ ਸਾਇਲੈਂਟ ਪ੍ਰੇਅਰਸ ਐਂਡ ਦੇਅਰ ਸੈਡ ਆਈਜ਼ ਕੁਡ ਹੈਵ ਮੈਲਟਡ ਈਵਨ ਏ ਹਾਰਟ ਆਫ ਸਟੋਨ। ਕਹਿੰਦੇ ਕਿ ਉਹਨਾਂ ਦੀ ਜਿਹੜੀ ਸ਼ਾਂਤੀ ਵਾਲੀ ਮਤਲਬ ਇੱਕ ਪ੍ਰੇਅਰ ਸੀ, ਮਤਲਬ ਜਿਹੜੇ ਮਨ ਹੀ ਮਨ ਪ੍ਰੇਅਰ ਕਰ ਰਹੇ ਸੀ, ਔਰ ਇੱਕ ਉਹਨਾਂ ਦੀ ਸੈਡ ਆਈਜ਼ ਕੀ ਜਿਹੜੀਆਂ ਸੀ ਉਹ ਕਿਸੇ ਵੀ ਇੱਕ ਪੱਥਰ ਦਿਲ ਨੂੰ ਵੀ ਮੈਲਟਡ ਪਿਘਲਾ ਸਕਦੀਆਂ ਸੀ। ਬਟ ਦਾ ਕਰੂਅਲ ਹੰਟਰ ਰਿਮੇਨ ਅਨਮੋਨ। ਬਟ ਜਿਹੜਾ ਇੱਕ ਕਰੂਅਲ ਅਤਿਆਚਾਰੀ ਜਿਹੜਾ ਇੱਕ ਸ਼ਿਕਾਰੀ ਸੀ, ਉਹਨੂੰ ਕੁਛ ਵੀ ਮਤਲਬ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਦਿਖ ਰਿਹਾ ਸੀ। ਹਿਜ਼ ਆਈ ਸ਼ੋਡ ਨੋ ਟਰੇਸ ਆਫ ਪੀਟੀ ਔਰ ਕਾਈਂਡਨੈਸ, ਮੀਨਸ ਉਹਦੀ ਅੱਖਾਂ ਦੇ ਵਿੱਚ ਕੋਈ ਵੀ ਦਇਆ ਜਾਂ ਦਿਆਲਤਾ ਦਾ ਕੁਛ ਵੀ ਉਹਦੀ ਆਈਜ਼ ਦੇ ਵਿੱਚ ਨਹੀਂ ਦਿਖ ਰਿਹਾ ਸੀ। ਕਿਹਦੇ? ਹੰਟਰ ਦੇ। ਹੀ ਸਟੈਪ ਫੋਰਵਰਡ ਟੂ ਕੈਪਚਰ ਦੀ ਐਨੀਮਲ ਐਂਡ ਹਰ ਯੰਗ ਵਨਸ। ਉਹ ਅੱਗੇ ਵਧਿਆ ਮਤਲਬ ਉਹਨੂੰ ਐਨੀਮਲ ਨੂੰ ਔਰ ਉਹਦੇ ਬੱਚਿਆਂ ਨੂੰ ਕੈਪਚਰ ਫੜਨ ਵਾਸਤੇ, ਠੀਕ ਹੈ ਬੇਟਾ। ਹੋਪ ਸੋ ਯੂ ਆਲ ਕਲੀਅਰ beta. Now next we will continue in the next class. Thank you. Have a nice day.